सत श्रीकाल दोस्तों, प्रोग्राम गूंजा सिख फिर से ਤੁਹਾਡਾ ਸਵਾਗਤ ਹੈ। ਬੀਤੇ ਦਿਨ ਸਿੱਖ ਪੰਥ ਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਿਰੌਲੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। दिहाड़े बाबा बंदा सिंह बहादुर जिन्हों ने सरहंद फतेह करके मैं कहना इतिहास के अंदर मुगल बादशाह ने जड़ा पुट के सुटिया सन। उन्होंने आज शहादत का दिहाड़ा है 25 तरीक। और असीं अज खड़े हैं गुरुद्वारा महरौली साहिब विखे, जिथे उन्होंने उत्ते तसीहे दिते गए, जिथे उन्होंने शहीद किया गया, जिथे उन्होंने छोटे बच्चे का मूँह दिल कट के मूँह पाया गया। साढ़े इतिहास के अंदर बाबा बंदा सिंह बहादुर जी ने ਉਹ ਜਿਹੀਆਂ ਮੱਲਾਂ ਮਾਰੀਆਂ। ਉਹਨਾਂ ਨੇ ਜਦੋਂ ਗੁਰੂ ਸਾਹਿਬ ਕੋਲੋਂ ਅਸੀਸ ਲੈ ਕੇ ਚਲੇ ਉਹ ਰਾਹ ਦੇ ਅੰਦਰ ਜੋ ਉੱਥੇ ਆ ਕੇ ਇਹਨਾਂ ਨੇ ਮੁਗਲ ਦੀ ਜੜਾ ਪੁੱਟਿਆ, ਜਦੋਂ ਉਸ ਸਰਹੰਦ ਦੀ ਜੇਟਰ ਵਜਾਈ ਸਾਧ ਸੰਗਤ, ਉਹਨਾਂ ਦੇ ਉਸ ਬਦਲੇ ਉਸ ਮਹਾਰਾਜੇ ਨੇ, ਉਸ ਔਰੰਗਜ਼ੇਬ ਨੇ, ਉੱਥੇ ਉਸ ਜਹਾਂਗੀਰ ਨੇ ਉਹਨਾਂ ਨੇ ਤਸੀਹੇ ਦਿੰਦੇ ਹੋਏ ਉਹਨਾਂ ਨੇ ਫਿਰ ਸ਼ਹਾਦਤ ਦਿੱਤੀ। ਸਾਡੇ ਉਹ ਯੁੱਧਵੀਰ ਯੋਧੇ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸ਼ਹਾਦਤ ਦੇ ਸਦਕੇ ਮੈਂ ਸਮਝਦਾ ਸਾਡੇ ਪਰਪੰਚ ਲਹਿਰਾ ਰਹੇ ਹਨ। ਸਾਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਆਪਣੇ ਹਿਰਦੇ ਯਾਦ ਰੱਖਣਾ ਚਾਹੀਦਾ ਹੈ। ਔਰ ਇਹਨਾਂ ਦਾ ਇਤਿਹਾਸ ਐਸਾ ਇਤਿਹਾਸ ਹੈ, ਐਸਾ ਖੂਨੀ ਇਤਿਹਾਸ ਜਿਨ੍ਹਾਂ ਨੇ ਉਦੋਂ ਤਸੀਹੇ ਦੇ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੱਚ ਜਾਣਨਾ ਜਦੋਂ ਅਸੀਂ ਉਸ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਸਾਡੇ ਰੂਹ ਕੰਬ ਪੈਂਦੀ ਹੈ ਕਿ ਦੇਖੋ ਉਸ ਵਕਤ ਦੇ ਜੋ ਮਹਾਰਾਜੇ ਸਨ ਉਹਨਾਂ ਨੂੰ ਤਰਸ ਹੀ ਕਿੱਥੇ ਨਹੀਂ ਆਇਆ ਔਰ ਇਸ ਤਰੀਕੇ ਨਾਲ ਸ਼ਹਾਦਤ ਦਿੱਤੀ ਉਹਨਾਂ ਨੇ ਕੀਤੀ। ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 'ਤੇ ਅਸੀਂ ਨਮਨ ਕਰਦੇ ਹਾਂ ਔਰ ਇਹੀ ਅਰਦਾਸ ਕਰਦੇ ਹਾਂ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਸਾਡੇ ਹਿਰਦੇ ਜਿੱਦਾਂ ਰਹੇ ਤਾਂ ਕਿ ਅਸੀਂ ਆਪਣੀ ਸਿੱਖੀ ਨੂੰ, ਆਪਣੀ ਬਾਣੀ, ਆਪਣੇ ਬਾਣੇ ਨੂੰ ਸੰਭਾਲ ਸਕੀਏ। ਜਦ ਤੱਕ ਅਸੀਂ ਬਾਣੀ ਅਤੇ ਬਾਣੇ ਸੰਭਾਲਾਂਗੇ, ਸੱਚ ਜਾਣਨਾ ਸਾਨੂੰ ਕਦੇ ਵੀ ਕੋਈ ਸ਼ਿੱਦਤ ਨਹੀਂ ਆਏਗੀ, ਕੋਈ ਦਿੱਕਤ ਨਹੀਂ ਆਏਗੀ। ਜਿਸ ਦਿਨ ਅਸੀਂ ਆਪਣੀ ਬਾਣੀ ਤੋਂ ਵਿਸਰ ਜਾਵਾਂਗੇ, ਆਪਣੇ ਵਿਰਸੇ ਤੋਂ ਵਿਸਰ ਜਾਵਾਂਗੇ, ਸੱਚ ਜਾਣਨਾ ਇਹੋ ਜਿਹੀਆਂ ਘੜੀਆਂ, ਇਹੋ ਜਿਹੇ ਰਾਜੇ ਸਾਡੇ 'ਤੇ ਫਿਰ ਹਮਲਾ ਕਰਦੇ ਜਾਣਗੇ। ਮੈਂ ਹੀ ਸੰਸਾਰ ਅਤੇ ਸਾਰੀ ਦੁਨੀਆ ਨੂੰ ਬੇਨਤੀ ਕਰਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਆਪਣੇ ਹਿਰਦੇ ਜਿੰਦਾ ਰੱਖੀਏ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਜਾਣੂ ਕਰਾਈਏ ਕਿ ਸਾਨੂੰ ਸਿੱਖੀ ਕਿੰਨੀ ਔਖੀ ਮਿਲੀ ਹੈ, ਕਿੰਨੀ ਮਹਿੰਗੀ ਮਿਲੀ ਹੈ। ਕੌਮ ਦੇ ਪਹਿਲੇ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪੁਰਬ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਦਿੱਲੀ ਕਮੇਟੀ ਬੜੇ ਹੀ ਸ਼ਰਧਾਪੂਰਵਕ ਮਨਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੱਖ ਕੌਮ ਦੇ ਪਹਿਲੇ ਜਰਨੈਲ ਹੋਏ ਨੇ, ਇਹਨਾਂ ਨੇ ਸਿੱਖ ਰਾਜ ਚਲਾਇਆ। ਜ਼ਿੰਮੇਦਾਰਾਂ ਨੂੰ ਜ਼ਿੰਮੇਦਾਰੀ ਹਟਾ ਕੇ ਅਤੇ ਖੇਤਾਂ ਹਰਾਰਿਆਂ ਨੂੰ ਉਹਨਾਂ ਦਾ ਮਾਲਿਕਾ ਹੱਥ ਦਿੱਤਾ ਅਤੇ ਸਿੱਖ ਰਾਜ ਦੇ ਉੱਤੇ ਸਥਾਪਨਾ ਕੀਤੀ। ਮੈਂ ਧੰਨਵਾਦ ਕਰਦਾ ਦਿੱਲੀ ਕਮੇਟੀ ਦਾ ਔਰ ਪ੍ਰਧਾਨ ਮਨਜਿੰਦਰ ਸਿਰਸਾ ਜੀ, ਹਰਮੀਤ ਸਿੰਘ ਕਲਕੇ ਜਿਨ੍ਹਾਂ ਨੇ ਇੱਥੇ ਹਰ ਸਾਲ ਹੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਪੰਥ ਪ੍ਰਸਿੱਧ ਰਾਗੀ ਜਥੇ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੌਰਾਨ ਪੰਥ ਦੇ ਮਹਾਨ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਮਨ ਪਿਆਰਿਆ ਜੀਓ ਮਿੱਤਰਾ गोविंद नाम संभाले
ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਜਲ ਕਲਪੂਰ ਰਹਿਆ ਬਨਵਾਰੀ ਕਟ ਕਟ ਨਦਰ ਨਿਹਾਲੇ ਕਟ ਕਟ ਨਦਰ ਨਿਹਾਲੇ सिख दे मन प्रीतम साध संग ब्रह्म जाले साध संग ब्रह्म जाले नानक सिख दे मन प्रीतम साध संग ब्रह्म जाले साध संग ब्रह्म जाले साध संग ब्रह्म जाले मन प्यारे जियो तेरा गोबिंद नाम संभाले। ਅੱਜ ਸਿੱਖ ਕੌਮ ਦੇ ਮਹਾਨ ਨਾਇਕ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਆ। एक ऐसा महाराजा, एक ऐसा नायक, एक ऐसा शासक जिसने इस देश नूं सैकुलरिज्म का सही पाठ पढ़ाया। जेकर महाराजा रणजीत सिंह ने अपने धर्म जो कि गुरु ग्रंथ साहिब महाराज जी के चरणों च आके कोई वस्तु अर्पित की तो महाराजा रणजीत सिंह जी ने उतना ही बाकी धर्मां वास्ते, चाहे वो इस्लाम होवे चाहे वो हिंदू धर्म होवे, उन्हां दे मस्जिद अंदर मंदिर अंदर उन्नी ही भावना उत्थे भी रखी। बहुत सारी दुनिया के लोग ये नहीं जानते, बहुत सारे कि असीं आप ही शायद ये गल नूं नहीं जानते कि महाराजा रणजीत सिंह जी के शासन के दौरान दुनिया के अंदर जो हुण तक आप देख रहे हैं उन्होंने शासन तो बाद हुण तक इस मुल्क की सब तो ज़्यादा जी लिटरेसी सी पढ़े लिखे लोग सीगे वो महाराजा रणजीत सिंह जी के वेले उन्होंने समय पर सीगे। बहुत लोग सुन के चकित होणगे, हैरान होणगे कि महाराजा रणजीत सिंह के वेले सब तो ज़्यादा दुनिया च लोग पढ़े, देश च लोग पढ़े लिखे सी। बिल्कुल महाराजा रणजीत सिंह जी ने यह तय किया सी कि पिंड का जिहड़ा पटवारी लगू वो एक कायदा बनाऊगा जिहदे च लोगों नूं बेसिक पढ़ाई चाहे उड़ैड़ के रूप च होवे चाहे किसी जिहड़ी उहदी होर भाषा उहदे रूप च होवे और नाल गिनती उसनूं 10 कायदियां दी कापी करके दऊगा और वो अगे पढ़ के 10 कापी उहदी बना के ते बाकी पिंड च दऊगा। उन्होंने यकीनी बनाया सी कोई आदमी ना पढ़े होने करके अनपढ़ता के कारण उहदे नाल जाति लैण देण च ना होवे। ऐसा महाराजा रणजीत सिंह जी का राज सी, पहला तो आखिरी राज जिस दे अंदर फ्रांस तो लैके उन्होंने महान जरनैल सी और इहो जे जरनैल सी जदों उन्होंने उन्हों की भावना गुरु ग्रंथ साहिब महाराज के चरणों के प्रति देखी तो उन्होंने महान जरनैलों ने भी सिक्खी को अडॉप्ट किया। एक ऐसी भावना महाराजा रणजीत सिंह जी ने इस अपने राज के दौरान रखी। अज शेरे पंजाब महाराजा रणजीत सिंह जी की बरसी जिन्हां दे राज दे विच किसी का जबरी धर्म नहीं बदलिया गया। शेरे पंजाब महाराजा रणजीत सिंह जी जिन्हां ने 10 साल की उम्रे पहली जंग फतेह की थी, 12 साल की उम्रे पिता का साया सिर तो उठ गया। ऐसा राज, ऐसा हलीमी राज कि किसी नूं भी उस राज दे अंदर कदे फांसी नहीं चाड़िया गया, किसी दे अंग नहीं कट्टे गए। ऐसा राज, सैकुलर राज जे सचखंड श्री हरमंदर साहिब दरबार साहिब जी की सेवा प्रारंभ की ते सोमनाथ के मंदिर नूं भी उसी तरीके दे नाल दान भेंट किया। सो ऐसे महाराजा रणजीत सिंह शेरे पंजाब जिन्हां दी बरसी समागम अज विशेष समागम गुरुद्वारा बंगला साहिब विखे आप जी सारे कीर्तन का आनंद माण रहे हो। बहुत बहुत धन्यवाद। साध संगत जी, अज गुरुद्वारा बंगला साहिब विखे शेरे पंजाब
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਸੀਂ ਮਨਾ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਐਸੇ ਸੂਰਮੇ ਹੋਏ ਨੇ, ਐਸੇ ਮਹਾਰਾਜਾ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਦੇ ਅੰਦਰ ਇਹੋ ਜਿਹੇ ਕਾਰਜ ਕੀਤੇ ਨੇ। ਮੈਂ ਸਮਝਦਾ ਜ਼ਿੰਦਗੀ ਦੇ ਅੰਦਰ ਅਸੀਂ ਕਿਸੇ ਵੀ ਮਹਾਰਾਜ ਦੇ, ਕਿਸੇ ਰਾਜੇ ਦੇ ਰਾਜ ਦੇ ਅੰਦਰ ਇਹੋ ਜਿਹੇ ਕਾਰਜ ਨਹੀਂ ਸੁਣੇ ਹੋਣਗੇ। ਰਾਜਾ ਜੇ ਉਹਨੇ ਗੱਲ ਕੀਤੀ ਸੋਨੇ ਦੀ, ਅਗਰ ਉਹਨੇ ਦਰਬਾਰ ਸਾਹਿਬ ਸੋਨਾ ਦਿੱਤਾ ਤਾਂ ਉਹਨੇ ਮੰਦਰਾਂ ਨੂੰ ਵੀ ਬਰਾਬਰ ਸੋਨਾ ਵੰਡਿਆ। ਜੇ ਨਾ ਉਹਨੇ ਕਦੀ ਭੇਦਭਾਵ ਕੀਤਾ, ਜੇ ਉਹ ਐਸਾ ਰਾਜਾ ਜਿਹੜਾ ਕਿ ਆਪ ਜਾ ਕੇ ਸੰਗਤਾਂ ਦੇ ਅੰਦਰ ਜਾ ਕੇ ਆਪ ਲੋਕਾਂ ਦੇ, ਆਪਣੀ ਪ੍ਰਜਾ ਦੇ ਦੁੱਖ ਸੁੱਖ ਸੁਣਨਾ ਹੁੰਦਾ ਸੀ। ਕਈ ਵਾਰ ਮਹਾਰਾਜਾ ਨੇ ਆਪ ਆਪਣੇ ਭੇਸ਼ ਬਦਲ ਕੇ ਆਪ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਦੇ ਦੁੱਖ ਸੁੱਖ ਦੇਖ ਕੇ ਸਾਰੇ ਉਹਨਾਂ ਦੇ ਕਾਰਜ ਕਰਨੇ। ਇਹੋ ਰਾਜਾ ਔਰ ਇਹੋ ਜਿਹਾ ਰਾਜ ਮੈਂ ਨਹੀਂ ਸਮਝਦਾ ਕਿ ਕਦੀ ਕੋਈ ਜ਼ਿੰਦਗੀ ਦੇ ਅੰਦਰ ਕਦੀ ਹੋਇਆ ਹੈ ਤੇ ਨਾ ਹੋਏਗਾ। ਜੇ ਐਸਾ ਰਾਜਾ ਰਿਹਾ ਹੈ, ਜੇ ਸੱਚਾ ਰਾਜ ਜੇ ਹੋਇਆ, ਜਿਹਨੇ ਪ੍ਰਜਾ ਵਾਸਤੇ ਆਪਣਾ ਜੀਵਨ ਸਮਰਪਿਤ ਕੀਤਾ, ਜਿਹਨੇ ਪ੍ਰਜਾ ਵਾਸਤੇ ਹਮੇਸ਼ਾ ਖੜਾ ਰਿਹਾ, ਉਹ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਹਨੂੰ ਸ਼ੇਰੇ ਪੰਜਾਬ ਨੂੰ ਅਸੀਂ ਆਖਦੇ ਹਾਂ। ਜਿਹਨੇ ਪੰਜਾਬ ਦਾ ਉਹ ਨਾਂ ਉੱਚਾ ਕਰਤਾ ਸੀ। ਮੈਂ ਕਹਿੰਦਾ ਪੰਜਾਬ ਦੀਆਂ ਜਿਹੜੀ ਹੱਦਾਂ ਸਨ ਬਹੁਤ ਵੱਡੇ ਰੱਖ 'ਤੇ ਲੈ ਗਏ ਸਨ। ਲੇਕਿਨ ਹੁਣ ਇਸ ਵਕਤ ਹੁਕਮਰਾਨਾਂ ਨੇ ਪੰਜਾਬ ਦਾ ਕੀ ਹਾਲ ਕੀਤਾ ਤੁਸੀਂ ਜਾਣਦੇ ਹੋ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਜਿੱਥੇ ਆਪਣੇ ਸ਼ਰਧਾ ਸਮੂਹ ਭੇਟ ਕਰਦੇ ਹਾਂ, ਇਹ ਜ਼ਰੂਰ ਰੱਖਾਂਗੇ ਕਿ ਸਾਨੂੰ ਉਹਨਾਂ ਦੇ ਦੱਸੇ ਹੋਏ ਕਾਰਜ, ਉਹਨਾਂ ਦੀ ਕੀਤੀ ਹੋਈਆਂ ਗੱਲਾਂ, ਉਹਨਾਂ ਦੇ ਕੀਤੇ ਹੋਏ ਕੰਮ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ। ਤਾਂ ਹੀ ਅਸੀਂ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਵਰਗੇ ਨੂੰ ਦੇਖ ਕੇ ਇਹੋ ਜਿਹੇ ਰਾਜਾ ਕੋਲ ਸੀਖ ਲੈ ਕੇ ਆਪਣੇ ਜੀਵਨ ਦੇ ਅੰਦਰ ਕਾਰਜ ਕਰੀਏ ਔਰ ਆਉਣ ਵਾਲੇ ਸਮੇਂ 'ਚ ਪ੍ਰਜਾ ਨੂੰ ਸਾਂਝੀ ਵਾਰਤਾ ਦੇਖੀਏ, ਭੇਦਭਾਵ ਤੋਂ ਦੂਰ ਰੱਖੀਏ। ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਇਹ ਆਖਿਆ ਕਿ ਅਵਲ ਅਲੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸੀਂ ਬੰਦੇ ਨਾ ਬੁਰਾ ਨਾ ਭਲਾ, ਸਭ ਦੀ ਸਾਂਝੀ ਵਾਰਤਾ ਚੱਲੀਏ। ਉਹ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਨੇ ਕਾਰਜ ਕੀਤੇ, ਜਿਨ੍ਹਾਂ ਦਾ ਨਾਮ ਅੱਜ ਹੀ ਜਿੰਦਾ ਹੈ, ਉਹਨਾਂ ਦੇ ਕੰਮਾਂ ਕਰਕੇ, ਉਹਨਾਂ ਦੇ ਕਾਰਜਾਂ ਕਰਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ 12 ਖੰਭਾ ਰੋਡ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੇ ਫੁੱਲ ਮਿਲਾਵਾਂ ਭੇਟ ਕੀਤੀਆਂ। ਉਹਨਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 12 ਖੰਭਾ ਰੋਡ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਉਹਨਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਨੀਂਹ ਰੱਖੀ ਸੀ ਤੇ ਉਹਨਾਂ ਨੇ ਆਪਣੀ ਕਾਰਜਕੁਸ਼ਲਤਾ ਨਾਲ ਸਤਲੁਜ ਤੋਂ ਲੈ ਕੇ ਕਾਬੁਲ ਕੰਧਾਰ ਤੱਕ ਇਸ ਦੀਆਂ ਨੀਹਾਂ ਨੂੰ ਫੈਲਾਇਆ ਤੇ ਮਜ਼ਬੂਤ ਕੀਤਾ। ਇਸ ਮੌਕੇ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੀ ਤਾਰੀਫ ਕੀਤੀ। ਦੇਖੋ, ਹਰ ਸਾਲ ਦੀ ਤਰ੍ਹਾਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਥਾਨ ਦੇ ਉੱਤੇ ਆ ਕੇ ਜਿੱਥੇ ਯਾਦਗਾਰ ਬਣੀ ਹੈ ਉੱਥੇ ਸ਼ਰਧਾਂਜਲੀ ਭੇਂਟ ਕੀਤੀ ਔਰ ਐਸੇ ਰਾਜੇ ਨੂੰ, ਐਸੇ ਮਹਾਰਾਜੇ ਨੂੰ ਜਿਹਨੂੰ ਅੱਜ ਤਕਰੀਬਨ ਪੌਣੇ 200 ਸਾਲ ਤੋਂ ਉੱਤੇ ਹੋ ਗਏ ਔਰ ਦੁਨੀਆ ਅੱਜ ਵੀ ਯਾਦ ਕਰਦੀ ਹੈ, ਕਿਉਂਕਿ ਉਹਨਾਂ ਦਾ ਐਸਾ ਰਾਜ ਜਿਹੜਾ ਸਤਲੁਜ ਤੋਂ ਲੈ ਕੇ ਕਾਬੁਲ ਕੰਧਾਰ ਤੱਕ ਦਾ ਰਾਜ ਰਿਹਾ ਔਰ ਜਿਹਨੂੰ ਦੁਨੀਆ ਯਾਦ ਕਰਦੀ ਹੈ। ਜਿਹੜਾ ਬੰਦਾ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਸਾਹਮਣੇ ਆਇਆ, ਕਦੀ ਉਹਨੂੰ ਖਾਲੀ ਹੱਥ ਨਹੀਂ ਜਾਣ ਦਿੱਤਾ ਗਿਆ। ਉਹਨਾਂ ਦੀ ਵਿਵਸਾਏ ਦਾ, ਉਹਦੇ ਜੀਵਨ ਦਾ ਬਾਰੇ ਧਿਆਨ ਰੱਖਣਾ ਇੱਕ ਰਾਜੇ ਦਾ ਫਰਜ਼ ਸੀ। ਔਰ ਅੱਜ ਦੇ ਰਾਜ ਦੇ ਨਾਲ ਅਸੀਂ ਕੰਪੇਅਰ ਕਰੀਏ, ਅੱਜ ਦੁਨੀਆ ਉਹਨਾਂ ਨੂੰ ਕਿਉਂ ਯਾਦ ਕਰਦੀ ਹੈ, ਤੇ ਅੱਜ ਤੁਸੀਂ ਦੇਖ ਸਕਦੇ ਹੋ ਜਿਸ ਰਾਜ ਦੇ ਵਿੱਚ ਕਦੀ ਕੋਈ ਬੰਦਾ ਭੁੱਖਾ ਨਹੀਂ ਮਰਦਾ ਸੀ, ਜਿਹਨੂੰ ਲੋੜ ਪੈਂਦੀ ਸੀ ਉਹ ਮਹਾਰਾਜੇ ਕੋਲ ਜਾਂਦਾ ਸੀ ਔਰ ਉਹਦੇ ਵਿਵਸਾਏ ਤੱਕ ਦਾ ਇੰਤਜ਼ਾਮ ਮਹਾਰਾਜਾ ਸਾਹਿਬ ਆਪ ਕਰਦੇ ਸੀ। ਮਗਰ ਅੱਜ ਲੋਕਾਂ ਨੂੰ ਘਰੋਂ ਉਜਾੜ ਕੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਅੱਜ 8 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਕਿਸਾਨ ਭਰਾ ਬੈਠੇ ਹੈ, ਵਾਕਈ ਉਸ ਰਾਜ ਨੂੰ ਤਰਸ ਰਿਹਾ ਕਿ ਉਹਨਾਂ ਦੀਆਂ ਮੰਗਾਂ ਜਿੱਥੇ ਪੂਰੀਆਂ ਨਹੀਂ ਹੋ ਰਹੀਆਂ। ਅੱਜ ਤੁਸੀਂ ਜਿਸ ਤਰੀਕੇ ਦਾ ਗੁਨਾਹ ਦੇਖ ਰਹੇ ਹੋ ਜਿਹੜਾ ਕਸ਼ਮੀਰ ਦੇ ਵਿੱਚ ਹੋ ਰਿਹਾ, ਕੋਈ ਜੁਰਤ ਨਹੀਂ ਕਰ ਸਕਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਿ ਕੋਈ ਕਿਸੇ ਦੀ ਧੀ ਭੈਣ ਨੂੰ ਛੇੜਨ ਦੀ। ਔਰ ਐਸੇ ਰਾਜ ਨੂੰ ਸਥਾਪਿਤ ਕਰਕੇ ਦੁਨੀਆ ਦੇ ਵਿੱਚ ਉਹਨਾਂ ਨੇ ਜਿੱਥੇ ਡੰਗਾ ਬਚਾਇਆ, ਹਰੀ ਸਿੰਘ ਨਲਵੇ ਵਰਗੇ ਉਹਨਾਂ ਨੇ ਜਰਨੈਲ ਆਪਣੀ ਫੌਜ ਦੇ ਵਿੱਚ, ਆਪਣੇ ਸਿਪਾਹ ਸਲਾਰ, ਆਪਣੇ ਅੰਗ ਰਕਸ਼ਕ ਰੱਖੇ। ਸੋ ਜਿਨ੍ਹਾਂ ਨੇ ਇੱਕ ਮਿਸਾਲ ਦਿੱਤੀ ਹੈ ਦੁਨੀਆ ਦੇ ਵਿੱਚ ਔਰ ਹਰ ਧਰਮਾਂ ਨੂੰ ਇੱਕੋ ਜਿਹਾ ਮੰਨਿਆ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖ ਜਿੱਥੇ ਆਪਣੇ ਰਾਜ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ, ਉਸ ਤਰੀਕੇ ਦੇ ਨਾਲ ਉਹਨਾਂ ਨੇ ਗੁਰੂ ਧਾਮਾਂ ਦੀਆਂ ਸੇਵਾ ਜਿਹੜੀਆਂ ਕੀਤੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਭੁਲਾਇਆ ਨਹੀਂ ਜਾ ਸਕਦਾ। ਕਰੋਨਾ ਮਹਾਮਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਨਿਮਿਤ ਅਰਦਾਸ ਲਈ ਗੁਰਦੁਆਰਾ ਸਿੰਘ ਸਭਾ ਕਾਲਕਾ ਜੀ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਰੋਨਾ ਕਾਲ 'ਚ ਵਿਛੜੀਆਂ ਰੂਹਾਂ ਦੇ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ। ਕਰੋਨਾ ਕਾਲ 'ਚ ਮਾਰੇ ਗਏ ਲੋਕਾਂ ਦੇ ਨਿਮਿਤ ਅੰਤਿਮ ਅਰਦਾਸ ਲਈ ਗੁਰਦੁਆਰਾ ਸਿੰਘ ਸਭਾ ਕਾਲਕਾ ਜੀ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੋਰੋਨਾ ਕਾਲ 'ਚ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਉਹਨਾਂ ਪਰਿਵਾਰਾਂ ਨੂੰ ਇਕੱਤਰ ਕੀਤਾ ਜੋ ਕੋਰੋਨਾ ਕਾਲ 'ਚ ਆਪਣੇ ਤੋਂ ਵਿਛੜਨ ਵਾਲਿਆਂ ਨਿਮਿਤ ਅੰਤਿਮ ਅਰਦਾਸ ਨਹੀਂ ਕਰ ਸਕੇ ਸਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਮਾਨਵਤਾ ਦੀ ਭਲਾਈ ਲਈ ਹੋਰ ਉਪਰਾਲੇ ਕਰਦੀ ਰਹੇਗੀ। ਜਿਹੜੀ ਬਹੁਤ ਹੈ ਇਹ ਹਰ ਪਰਿਵਾਰ ਦੇ ਵਿੱਚ ਆਉਂਦੀ ਹੈ
और महाराज की बाणी भी फरमान करती है कि मरण लिखाए मंजिल में आए। आने तो पहले साड़ी मौत निश्चित हुई होंगी है, मगर असीं जाना कद है, किस तरीके दे नाल जाना है, ये सिर्फ तो सिर्फ उस अकाल को नहीं पता। 2 महीने का समा जिहड़ा पिछला वापरिया, मैं समझदा कि ये गल असी बाणी के सहारे दे नाल ते कह सकते हैं कि अनहोनी की जिहड़ी व्याख्या हुण तरिंदर जी ने की, मगर एक आम इंसान के नाते मैं समझदा कि वाकई अनहोनी अपनी अखीं देखी है। सवेर तो लैके शाम तक रोज़ कोई ना कोई परिवारों का साडा इत्थों विछड़िया, और अज इत्थे सारे जिहड़े तुसीं लोग बैठे हो, मैं समझदा कि सारे के परिवारों के विचों कोई ना कोई जीत गया। और उसका समा सी कि कोई किसी को अफसोस कर नहीं जा सकता सी, किसी को मिल नहीं सकता सी, क्योंकि माहौल हुण खुलिया थोड़ा जिहा लॉकडाउन तो बाद ते साडी जिम्मेवारी बनती सी कि करतार समागम करके उन्होंने पिछड़ी रूहां नूं याद किया जाए, जिन्हां दीयां अरदासां नहीं हो सकियां संगती रूप दे विच। घरां ते परिवार ने जरूर की होएगी, मगर संगती रूप दे विच प्रोग्राम जिस तरीके दे नाल दुनियावी रस्म बनी हुई है नहीं हो सकिया। इस करके एक छोटा जिहा निमाणा प्रोग्राम रखा कि असीं सारे संगती रूप दे विच इकट्ठे होकर उन्हां पिछड़ी रूहां नूं याद कर सकीए। मैं सारे परिवारों का धन्यवाद करदा जिहड़े इत्थे पहुंचे ने, सहयोग किया और इस अरदास दे विच शामिल होए ने। बीते दिन दिल्ली सिख गुरुद्वारा प्रबंधक कमेटी के प्रधान मनजिंदर सिंह सिरसा कश्मीर च अगवाकारी धर्म परिवर्तन ते जबरी निकाह का शिकार होए मनमीत कौर नूं लैके कौमी राजधानी दिल्ली विच परत आए। सिरसा ने कहा कि वो ये मन के गए सन कि गुरु तेग बहादुर साहब के आशीर्वाद सदका ये मामले विच फतेह हासिल करके दिल्ली परतणगे। दिल्ली सिख गुरुद्वारा प्रबंधक कमेटी के प्रधान मनजिंदर सिंह सिरसा कश्मीर विच अगवाकारी धर्म परिवर्तन ते जबरी निकाह का शिकार होए मनमीत कौर नूं लैके कौमी राजधानी परत आए। सिरसा ने कहा कि वे मन के गए सन कि श्री गुरु तेग बहादुर साहब के आशीर्वाद सदका इस मामले विच फतेह हासिल करके ही परतणगे ते गुरु साहब की बहुत बड़ी रहमत ते बख्शिश हुई है। उन्हें कहा कि मनमीत कौर उन्हां दे नाल कौमी राजधानी इसलिए आई है तां जो वो गुरु साहब का आशीर्वाद प्राप्त कर सके। उन्हें कहा कि जम्मू कश्मीर विच धमकियां दे के सिख कुड़ियां अगवा करके जबरी धर्म परिवर्तन करके उन्हां दा बुढ़े नाल निकाह किया जा रहा है। उन्हें कहा कि गल बिल्कुल बर्दाश्त नहीं की जाएगी। उन्हें कहा कि 3 दिनों दौरान जिथे उन्होंने इन्हां दोवां मामलों च सूबे के उप राज्यपाल ते डीजीपी नाल मुलाकात की, इस दे नाल ही उन्हां संगत नाल रल के धक्केशाही के खिलाफ रोस प्रदर्शन भी किया। उत्थे ही उन्हां गृह मंत्री अमित शाह नूं भी पूरे मामले की जानकारी दी है। उन्हें कहा कि असीं सिख लड़कियां नाल कश्मीर तां की दुनिया के किसी भी हिस्से विच धक्केशाही बर्दाश्त नहीं कर सकते ते ना ही करांगे। इस मगरों सिरसा ने मनमीत कौर नूं नाल लैके गुरुद्वारा बंगला साहिब विखे मत्था टेकिया ते गुरु साहब का आशीर्वाद प्राप्त किया। मैं अज समूची कौम का धन्यवाद करनों इत्थे खड़ा होया है। धन धन साहिब श्री गुरु ग्रंथ साहिब महाराज जी का कोटान कोट शुकराना करनों खड़ा होया। अपार मालिक ने किरपा की। तुसीं देख रहे सी पिछले 3 दिन तो साडियां बच्चियां जो कि जम्मू कश्मीर च अगवा कीतियां गईयां, वीडियो वायरल हुई। रात को मैनूं भी कोई 10 बजे के आस पास वो वीडियो पहुँचती आ। असीं तुरंत फैसला लैके रात को ही टिकटां करवाउणियां शुरू कीतियां और सवेरे तड़के की फ्लाइटां लैके असीं सारे श्रीनगर पहुँचे। उत्थे जाके उत्थों दे सिखां दे जज्बे नूं मैं सलाम करदा है। सीस नवाउण दे अगे मैं हैरान सी जदों गुरुद्वारा साहब पहुँचे शहीद बुंगा, कितना कम्युनिटी ने एकजुटता दिखाई। श्रीनगर वर्गी जगह जिथे पता नहीं कदों गोली और गोला चल जाता है, पता ही नहीं लगता, उत्थे जाके भी श्रीनगर शहर नूं बंद करता, रोक दिता मुजाहरा करते हुए। प्रशासन घुटनियां ते आ गया। SSP IG मौके ते पहुँच गए। थोड़ा समा दे दिओ। असीं क्या समा नहीं, थोड़ा नहीं, अज दा भी दिता तुहानूं। सानूं जवाब लै दिओ गवर्नर तो, हाँ या ना च। तुरंत 4 बजे गवर्नर ने सानूं बुलाया। सारे प्रशासन नूं कहा गया जो मर्जी करो, ये चीज़ जिहड़ी है इत्थे नहीं गुंडागर्दी चलण देंगे। और मैं अपने वीरां नूं सलाम करदा हां। खालसा जी उन्हों का जो दर्द समझिया। बेटी मनमीत कौर अज वापस आई। जो कल मैं उत्थे सवेरे गुरुद्वारा साहब बैठे तो उत्थे ये फैसला किया गया कि मनमीत कौर का विआह उहदे आनंद कारज रचाए जाण। तुसीं हैरान हो गए अकाल पुरख की कितनी कृपा हो सकती है। उत्थे बैठिया ही किन्ने लोग बैठे हैं? 10 लोग 11 लोग उत्ते कमरे च वक्री मीटिंग करते पे हैं।
ਉਹਨਾਂ ਚੋਂ ਹੀ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਐਸਾ ਗੁਰਸਿੱਖ ਸਵੇਰੇ ਸ਼ਾਮ ਗੁਰੂ ਦੇ ਚਰਨਾਂ 'ਚ ਸੇਵਾ ਕਰਨ ਵਾਲਾ, ਨਿਤਨੇਮੀ, ਅੰਮ੍ਰਿਤਧਾਰੀ ਸਿੱਖ ਖੜਾ ਹੋ ਕੇ ਕਹਿੰਦਾ ਇਹ ਸਿੱਖੀ ਦੀ ਗੱਲ ਆ ਖਾਲਸਾ ਜੀ, ਜੋ ਮੇਰੀ ਸੇਵਾ ਲਓਗੇ ਮੈਂ ਹਾਜ਼ਰ ਹਾਂ। ਉੱਥੇ ਜਕਾਰਾ ਚੜਾਇਆ ਤੇ ਸੁਪ੍ਰੀਤ ਸਿੰਘ ਨੂੰ ਉਹਦੇ ਮਾਂ-ਬਾਪ ਨਾਲ ਗੱਲ ਕਰਾਈ ਕੱਲ੍ਹ ਸਵੇਰੇ। ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਤੁਹਾਡੇ ਦਿੱਲੀ ਦੀ ਦੌਰ ਦੁਨੀਆ ਦੀ ਸੰਗਤ ਦੇ ਸਦਕੇ ਕਿ ਇਸ ਬੇਟੀ ਨੂੰ ਔਰ ਬੇਟੇ ਨੂੰ ਮਹਿਫੂਜ਼ ਰੱਖਾਂਗੇ, ਕਿਉਂਕਿ ਉਹਦੇ ਪਿਤਾ ਜੀ ਔਰ ਉਹਦੇ ਚਾਚਾ ਜੀ ਖਾਸ ਤੌਰ 'ਤੇ ਬਹੁਤ ਦਹਿਸ਼ਤ ਅੰਦਰ ਸੀ। ਇੱਕ ਅਲਫਾਜ਼ ਤੇ ਮੈਨੂੰ ਗੁੱਸੇ 'ਚ ਇਹ ਵੀ ਕਿ ਇੱਕ ਵਾਰ ਕਹਿਣਾ ਪੈ ਗਿਆ, ਕਹਿੰਦੇ ਜੀ ਸਾਡਾ ਕੀ ਹੋਊਗਾ ਕਿਤੇ ਸਾਡੇ ਤੇ ਕੋਈ ਜਾਨਲੇਵਾ ਹਮਲਾ ਨਾ ਕਰ ਦੇਣ, ਸਾਡਾ ਜਾਨੀ ਨੁਕਸਾਨ ਨਾ ਕਰ ਦੇਣ। ਮੈਂ ਕਿਹਾ ਕੌਮ ਮਰ ਗਈ ਆ, ਅਸੀਂ ਹੱਥਾਂ ਚੂੜੀਆਂ ਪਾਈਆਂ ਨੇ, ਤੁਸੀਂ ਐਸੀ ਗੱਲ ਕਰ ਰਹੇ, ਤੁਸੀਂ ਐਸੀ ਗੱਲ ਕੀਤੀ ਕਿਵੇਂ? ਤੁਹਾਡਾ ਕੀ ਹੋਊਗਾ? ਕਮਾਲ ਹੋਗੀ। ਕਿਆ ਕੋਈ ਇਸ ਦੇਸ਼ ਅੰਦਰ ਕੋਈ ਗੁੰਡਾਗਰਦੀ ਆ? ਕੋਈ ਕਾਨੂੰਨ ਨਹੀਂ ਹੈਗਾ ਕਿ ਤੁਹਾਡਾ ਕੋਈ ਕੁਝ ਵਿਗਾੜ ਦੇਗਾ? ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ। ਔਰ ਸੁਪ੍ਰੀਤ ਸਿੰਘ ਨੂੰ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਯੋਗ ਨੌਕਰੀ ਦਿੱਤੀ, ਉਸ ਬੇਟੀ ਨੂੰ ਵੀ ਮਨਮੀਤ ਕੌਰ ਨੂੰ ਵੀ ਯੋਗ ਨੌਕਰੀ ਦਿੱਤੀ, ਰਹਿਣ ਵਾਸਤੇ ਉੱਥੇ ਉਹਨਾਂ ਦੇ ਘਰ ਦਾ ਪ੍ਰਬੰਧ ਇੱਥੇ ਕੀਤਾ ਤਾਂ ਕਿ ਸਾਡੀ ਧੀਆਂ ਵੱਲ ਨੂੰ ਕੋਈ ਦੇਖ ਨਾ ਸਕੇ। ਮੈਂ ਉੱਥੋਂ ਦੇ ਮੀਰਵਾਦ ਸਾਹਿਬ ਨੇ ਵੀ ਮੈਨੂੰ ਕੱਲ੍ਹ ਫੋਨ 'ਤੇ ਗੱਲ ਕੀਤੀ, ਮੈਂ ਉਹਨਾਂ ਦਾ ਬਹੁਤ ਅਦਬ ਸਤਿਕਾਰ ਕਰਦਾ ਹਾਂ। ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਮਨਪ੍ਰੀਤ ਕੌਰ ਜਿਹੜੀ ਬੇਟੀ ਆ ਉਹ ਅਸੀਂ ਵਾਪਸ ਕਰਾਂਗੇ। ਮਨਮੀਤ ਕੌਰ ਵਾਪਸ ਆਈ ਆ ਔਰ ਮੈਂ ਆਪਣੀ ਸਾਰੀ ਕਮਿਊਨਿਟੀ ਨੂੰ, ਆਪਣੀ ਸਾਰੀ ਕੌਮ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਇਸ ਲੜਾਈ ਨੂੰ ਲੜਾਂਗੇ ਔਰ ਜਿਹੜੀ ਦੂਜੀ ਸਾਡੀ ਬੇਟੀ ਆ ਉਸ ਨੂੰ ਵੀ ਇਸੇ ਤਰ੍ਹਾਂ ਮਹਿਫੂਜ਼ ਆਪਣੇ ਘਰ ਲੈ ਕੇ ਆਵਾਂਗੇ। ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ। 26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਉੱਤੇ ਹਿੰਸਾ ਹੋਈ ਸੀ ਤੇ ਇਸ ਮਾਮਲੇ ਵਿੱਚ ਲੱਖਾ ਸਿਧਾਣਾ ਉੱਤੇ ਕੇਸ ਦਰਜ ਕੀਤਾ ਗਿਆ ਸੀ। ਲੱਖਾ ਸਿਧਾਣਾ ਸਿਰ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਹਾਲਾਂਕਿ ਦਿੱਲੀ ਦੀ 30 ਹਜ਼ਾਰੀ ਕੋਰਟ ਨੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਉੱਤੇ ਰੋਕ ਲਗਾਈ ਹੋਈ ਹੈ। ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਲੱਖਾ ਸਿਧਾਣਾ ਸਭ ਦੇ ਸਾਹਮਣੇ ਰੂਬਰੂ ਹੋਇਆ। ਲੱਖਾ ਸਿਧਾਣਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਡਟ ਕੇ ਹਮਾਇਤ ਕੀਤੀ ਸੀ। ਇਸ ਮੌਕੇ ਸਿਰਸਾ ਨੇ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਅੱਜ ਦੁਪਹਿਰੇ ਲੱਖਾ ਸਿਧਾਣਾ ਜੀ ਜੋ ਸਾਡੇ ਨਾਲ ਨੇ, ਇਹ ਅੱਜ ਜੋ ਕਿ ਦੋਵਾਂ ਕੇਸਾਂ 'ਚ ਜ਼ਮਾਨਤ ਹੋਈ ਸੀ, ਗੁਰੂ ਸਾਹਿਬ ਦੀ ਤਰਸ ਸਦਕੇ, ਕਿਰਪਾ ਸਦਕੇ ਅੱਜ ਇਨਵੈਸਟੀਗੇਸ਼ਨ ਵੀ ਜੁਆਇਨ ਕੀਤੀ ਔਰ ਹੁਣ ਸਾਡੇ ਵਿੱਚ ਨੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ, ਬੜੇ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਜੁੜੇ ਲੋਕ ਸੀਗੇ ਉਹਨਾਂ ਨੂੰ ਸਰਕਾਰ ਨੇ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ। ਭਾਵੇਂ ਮੁਕੱਦਮੇ ਦਰਜ ਹੋਏ, ਭਾਵੇਂ ਪੁਲਿਸ ਪਿੱਛੇ ਸੀ, ਪਰ ਨੌਜਵਾਨ ਇਹੋ ਜਿਹੇ ਸੀ ਜਿਹੜੇ ਲੜਾਈ ਲੜਦੇ ਰਹੇ। ਔਰ ਲੱਖਾ ਸਿਧਾਣਾ ਜੀ ਉਸ ਲੜਾਈ ਦੇ ਅੰਦਰ ਭਾਵੇਂ ਰੂਹ ਪੋਈ ਸੀ, ਫਿਰ ਵੀ ਕਿਸੇ ਨਾ ਕਿਸੇ ਤਰੀਕੇ ਲੋਕਾਂ ਨੂੰ ਮੋਬਿਲਾਈਜ਼ ਕਰਦੇ ਰਹੇ, ਲੜਾਈ ਲੜਦੇ ਰਹੇ। ਸੋ ਮੈਂ ਅੱਜ ਜਿੱਥੇ ਸਾਰਿਆਂ ਦਾ ਪਠਾਨਕੋਟ ਸ਼ੁਕਰਾਨਾ ਕਰਦਾ, ਹੱਥ ਬੰਨ੍ਹ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਹਿੰਮ 'ਚ ਸਾਡਾ ਸਾਥ ਦਿੱਤਾ। ਖਾਸ ਤੌਰ ਤੇ ਸਾਡੇ ਵਿੱਚ ਉਹਨਾਂ ਦੇ ਐਡਵੋਕੇਟ ਸਰਦਾਰ APS ਮੰਡੇਰ ਸਾਹਿਬ ਨੇ, ਜਿਹੜੇ ਬਹੁਤ ਲੰਬੇ ਸਮੇਂ ਤੋਂ ਨਾਲ ਵੀ ਨੇ ਔਰ ਇਸ ਕੇਸ ਅੰਦਰ ਹਰ ਪਲ ਦੇ ਜਾਣਕਾਰੀ ਲੈ ਕੇ ਆਉਣੀ। ਸਰਦਾਰ ਵਰਿੰਦਰ ਸਿੰਘ ਜੀ ਸੰਧੂ ਸਾਹਿਬ ਜਿਹੜੇ ਸਾਡੇ ਲੀਗਲ ਦੇ ਅੰਦਰ ਇਹਨਾਂ ਕੇਸਾਂ 'ਚ ਪਿਛਲੇ 4 ਮਹੀਨੇ ਤੋਂ ਲਗਾਤਾਰ ਜ਼ਮਾਨਤ ਕਰਾਉਣ ਅੰਦਰ, ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ, ਸਰਦਾਰ ਜਸਦੀਪ ਸਿੰਘ ਜੀ ਢਿੱਲੋਂ ਸਾਹਿਬ ਤੇ ਸਾਰੀ ਲੀਗਲ ਦੀ ਟੀਮ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਸਾਡੇ ਮੈਂਬਰ ਸਾਹਿਬਾਨ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਸਾਰੇ ਹੀ ਆਪਣੇ ਆਪਣੇ ਤਰੀਕੇ ਨਾਲ ਇਸ ਕੰਮ 'ਚ ਲੱਗੇ ਰਹੇ। ਸੋ ਮੈਂ ਸਾਰੇ ਲੀਗਲ ਟੀਮ ਦਾ ਪਠਾਨਕੋਟ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਉਹਨਾਂ ਮੇਰੀਆਂ ਪੰਜਾਬ ਦੀਆਂ ਹਜ਼ਾਰਾਂ ਲੱਖਾਂ ਮਾਵਾਂ ਭੈਣਾਂ ਦਾ, ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ। ਇੱਥੋਂ ਤੱਕ ਕਿ ਜਦੋਂ ਮੈਂ ਪੰਜਾਬ ਦੇ ਪਿੰਡਾਂ 'ਚ ਬੋਲਣ ਜਾਂਦਾ ਸੀ ਤਾਂ ਕਈ ਮਾਵਾਂ ਇਹ ਕਹਿੰਦੀਆਂ ਸੀ ਕਿ ਪੁੱਤ ਦੇਸੀ ਘਿਓ ਇਕੱਠਾ ਕਰੀ ਜਾਂਦੀਆਂ, ਜਿੱਦੇ ਤੂੰ ਫਾਰਗ ਹੋ ਕੇ ਆਇਆ ਦਿੱਲੀੋਂ ਕੇਸਾਂ 'ਚੋਂ ਪ੍ਰਸ਼ਾਦ ਬਣਾ ਕੇ ਸਾਰੇ ਪਿੰਡ 'ਚ ਵੰਡਾਂਗੇ। ਅਗਲਾ ਧੰਨਵਾਦ ਮੈਂ ਕਰਦਾ ਜਿੰਨੀ ਵੀ ਵਕੀਲ ਭਰਾਵਾਂ ਦੀ ਟੀਮ ਆ, ਜਿਨ੍ਹਾਂ ਨੇ ਜਦੋਂ 26 ਨੂੰ ਇਹ ਸਾਰੀ ਘਟਨਾ ਵਾਪਰਦੀ ਆ, ਪੁਲਿਸ ਤਸ਼ੱਦਦ ਢਾਉਂਦੀ ਆ, ਸਾਡੇ ਮੁੰਡਿਆਂ ਨੂੰ ਕੁੱਟਿਆ ਜਾਂਦਾ, ਜੇਲ੍ਹਾਂ 'ਚ ਤੁੰਨਿਆ ਜਾਂਦਾ, ਤਾਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਘੱਟੋ ਘੱਟ 200-250 ਵਕੀਲ ਇਕੱਠੇ ਹੁੰਦੇ ਆ ਤੇ ਉਦੋਂ ਬਾਅਦ ਉਹ ਫੈਸਲਾ ਲੈਂਦੇ ਆ ਕਿ ਕੋਈ ਕਿਸੇ ਤੋਂ ਪੈਸਾ ਨਹੀਂ ਲੈਣਾ, ਆਪਦੀ ਜੇਬ 'ਚੋਂ ਪੈਸੇ ਲਾਵਾਂਗੇ, ਜਿਹੜੇ ਮਾੜੇ ਮੋਟੇ ਕਾਗਜ਼ਾਂ ਪੱਤਰਾਂ ਦੇ ਲੱਗਣਗੇ। ਤਾਂ ਉਹਨਾਂ ਨੇ ਇਹ
ਸਾਰੀ ਸੇਵਾ ਕੀਤੀ। ਮੇਰੇ ਸੱਜੇ ਹੱਥ ਮਨਜਿੰਦਰ ਸਿੰਘ ਸਿਰਸਾ ਖੜੇ ਨੇ। ਜਿੱਦੇ ਪਹਿਲੇ ਦਿਨ ਗੱਲ ਹੁੰਦੀ ਆ ਨਾ ਤਾਂ ਮੈਂ ਇਹਨਾਂ ਨੂੰ ਫੋਨ ਕਰਦਾ ਜਦੋਂ ਰਣਜੀਤ ਨੂੰ ਚੱਕਿਆ ਜਾਂਦਾ ਕਿ ਜੀ ਰਣਜੀਤ ਨੂੰ ਪੁਲਿਸ ਚੱਕ ਕੇ ਲੈ ਗਈ। ਇਹ ਕਹਿੰਦੇ ਮੈਨੂੰ ਅੱਧਾ ਘੰਟਾ ਦਿਓ ਤੇ ਮੈਂ ਪਹੁੰਚਦਾ। ਚਲੋ ਅੱਧੇ ਘੰਟੇ 'ਚ ਉੱਥੇ ਪਹੁੰਚਦੇ ਆ। ਮੈਨੂੰ ਇਹੀ ਕਿਹਾ ਮੈਂ ਜੀ ਬੰਦੇ ਦੀ ਕੁੱਟਮਾਰ ਨਾ ਹੋਵੇ। ਕਹਿੰਦੇ ਵੀ ਜਿਹੜੀ ਪਹਿਲਾਂ ਹੋ ਗਈ ਹੁਣ ਇਹ ਤੋਂ ਬਾਅਦ ਕੁੱਟਮਾਰ ਨਹੀਂ ਹੁੰਦੀ। ਉਦੋਂ ਬਾਅਦ ਜਦੋਂ ਆਪਣੇ ਬੰਦਿਆਂ ਨੂੰ ਫੜਿਆ ਜਾਂਦਾ ਰਿਹਾ, ਪੁਲਿਸ ਕੁੱਟਮਾਰ ਕਰਦੀ ਰਹੀ, ਪਰਚੇ ਪਾਉਂਦੀ ਰਹੀ, ਉਦੋਂ ਇਹ ਨਾਲ ਖੜਦੇ ਵੀ ਰਹੇ। ਚਾਹੇ ਜੇਲ੍ਹਾਂ ਦੇ ਵਿੱਚ ਜਾ ਕੇ, ਤਿਹਾੜ ਜੇਲ੍ਹ ਦੇ ਵਿੱਚ ਆ ਕੇ ਮੁਲਾਕਾਤ ਕਰਕੇ ਆਏ, ਚਾਹੇ ਇਹਨਾਂ ਨੇ ਸਾਰੇ ਭਰਾਵਾਂ ਨੇ, ਵਕੀਲਾਂ ਨੇ ਤੇ ਮਨਜਿੰਦਰ ਸਿਰਸਾ ਜੀ ਨੇ ਇਕੱਠੇ ਹੋ ਕੇ ਅੰਦਰ ਕੱਪੜੇ ਭੇਜੇ ਹੋਣ। ਜਾਣੇ ਉਹ ਇਹਨਾਂ ਦਾ ਕਿਰਦਾਰ ਦੀ ਮੈਂ ਗੱਲ ਕਰਦਾ। ਸੋ ਇਹਨਾਂ ਨੇ ਜੋ ਭੂਮਿਕਾ ਨਿਭਾਈ ਆ ਹੁਣ ਤੱਕ ਸਾਰੇ ਅੰਦੋਲਨ ਦੇ ਵਿੱਚ, ਉਹ ਸ਼ਲਾਘਾਯੋਗ ਹੈ, ਕਾਬਲੇ ਤਾਰੀਫ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਲਈ ਪਹਿਲੀ ਵਾਰ TGT ਪੰਜਾਬੀ ਅਹੁਦੇ ਲਈ 874 ਅਸਾਮੀਆਂ ਦੀ ਨਿਯੁਕਤੀ ਵਾਸਤੇ ਬੀਤੇ ਦਿਨੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ, ਜਿਸ ਨੂੰ ਲੈ ਕੇ ਦਿੱਲੀ ਕਮੇਟੀ ਵੱਲੋਂ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਐਗਜ਼ਾਮ ਕਲੀਅਰ ਕਰ ਸਕਣ। ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬੀ ਦੇ ਅਧਿਆਪਕਾਂ ਦੀ ਵੱਧ ਤੋਂ ਵੱਧ ਗਿਣਤੀ 'ਚ ਭਰਤੀ ਨੂੰ ਯਕੀਨੀ ਬਣਾਏਗੀ। ਇਹ ਵੀਡੀਓ 800 ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾ ਸਕਦੀ ਹੈ ਜੇ ਤੁਸੀਂ ਇਹਨੂੰ ਸ਼ੇਅਰ ਕਰ ਦਿਓ, ਕਿਉਂਕਿ ਪੰਜਾਬੀ ਦੇ ਅੰਦਰ ਦਿੱਲੀ ਸਰਕਾਰ ਵੱਲੋਂ 800 ਵੈਕੈਂਸੀਆਂ ਕੱਢੀ ਗਈਆਂ ਪੰਜਾਬੀ ਟੀਚਰਸ ਦੀਆਂ। 15 ਜੁਲਾਈ ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਮਾਧਿਅਮ ਤੋਂ ਤੁਹਾਨੂੰ ਟ੍ਰੇਨਿੰਗ ਦੇਊਗੀ ਤਾਂ ਕਿ ਤੁਸੀਂ ਇਸ ਐਗਜ਼ਾਮ ਨੂੰ ਪਾਸ ਕਰ ਸਕੋ। ਇਹਦੇ ਐਗਜ਼ਾਮ ਵੀ ਆਨਲਾਈਨ ਹੋਣੇ ਆ, ਇਹ 'ਚ ਕੋਈ ਇੰਟਰਵਿਊ ਨਹੀਂ ਹੋਣੀ। ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਤੁਹਾਨੂੰ ਇਸ ਤਰੀਕੇ ਨਾਲ ਟ੍ਰੇਨਿੰਗ ਦੇ ਕੇ ਮੁਕੰਮਲ ਕਰੀਏ, ਤਿਆਰ ਕਰੀਏ ਤਾਂ ਕਿ 800 ਟੀਚਰਾਂ ਜਿਹੜੀਆਂ ਨੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਸਰਕਾਰੀ ਨੌਕਰੀ ਲੈਣ 'ਚ ਕਾਮਯਾਬ ਹੋਣ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਹਿਰੌਲੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਨਾਲ ਹੀ ਅਸੀਂ ਵੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਸ਼ਮੀਰ 'ਚ ਅਗਵਾਕਾਰੀ, ਧਰਮ ਪਰਿਵਰਤਨ ਤੇ ਜਬਰੀ ਨਿਕਾਹ ਦਾ ਸ਼ਿਕਾਰ ਹੋਈਆਂ ਲੜਕੀਆਂ ਦਾ ਮਾਮਲਾ ਚੁੱਕਿਆ ਗਿਆ ਤੇ ਇੱਕ ਲੜਕੀ ਦੀ ਸੁਰੱਖਿਅਤ ਘਰ ਵਾਪਸੀ ਕਰਵਾਈ ਗਈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੂੰਜਾ ਸਿੱਖ ਵਿਰਸਾ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।